ਸਤਿ ਸ਼੍ਰੀ ਅਕਾਲ ਦੋਸਤੋ। ਤੁਸੀਂ ਸਾਰਿਆਂ ਨੇ ਬਹੁਤ ਸਾਰੇ ਵੀਡੀਓਜ਼ ਦੇਖੇ ਨੇ, ਕਿਤਾਬਾਂ ਵੀ ਪੜ੍ਹੀਆਂ, ਮੋਟੀਵੇਸ਼ਨ, ਸੈਲਫ ਹੈਲਪ, ਡਿਸਪਲਿਨ, ਡੈਡੀਕੇਸ਼ਨ, ਕੰਸੰਟਰੇਸ਼ਨ, ਬਹੁਤ ਕੁਝ ਤੁਸੀਂ ਗਿਆਨ ਇਕੱਠਾ ਕੀਤਾ ਹੋਣਾ ਹੈ। ਅੱਜ ਨਾ ਅਸੀਂ ਪਹਿਲੀ ਵਾਰੀ ਮਤਲਬ ਕੁਝ ਕੰਮ ਕਰਨ ਜਾ ਰਹੇ ਹਾਂ। ਅਸੀਂ ਪਹਿਲ ਕਰ ਰਹੇ ਹਾਂ। ਵੀ ਆਰ ਕੰਬਾਈਨਿੰਗ ਗ੍ਰਾਫੋਲੋਜੀ ਐਂਡ ਰਾਈਟਿੰਗ ਐਂਡ ਮੋਟੀਵੇਸ਼ਨ। ਅੱਜ ਅਸੀਂ ਪਹਿਲਾਂ ਦੋ ਵੀਡੀਓ ਬਣਾ ਚੁੱਕੇ ਹਾਂ, ਏ ਵੀ ਤੇ ਬੀ ਤੇ ਵੀ। ਹੁਣ ਅਸੀਂ ਸੀ ਨੂੰ ਕਵਰ ਕਰ ਰਹੇ ਹਾਂ ਸਰ। ਮੇਰਾ ਨਾਮ ਪ੍ਰਭਜੋਤ ਸਿੰਘ ਸੂਦ ਹੈ ਤੇ ਮੇਰੇ ਨਾਲ ਬੈਠੇ ਜੀ ਇਸ ਵੇਲੇ ਜੋਲੀ ਅੰਕਲ from Canada. Warm welcome to you, sir. Sir, ਜੀ let's start, please. ਗੱਲ ਹੋ ਰਹੀ ਸੀ ਇਸ ਤੋਂ ਪਹਿਲੇ ਜਿਹੜੀਆਂ ਅਸੀਂ ਦੋ ਵੀਡੀਓ ਬਣਾਈਆਂ ਸੀ ਸੁਸਾਇਟੀ ਦੇ ਵਿੱਚ ਪਰਸਨਲ ਔਰ ਪ੍ਰੋਫੈਸ਼ਨਲ ਲਾਈਫ ਦੇ ਵਿੱਚ ਸਟੇਟਸ ਨੂੰ ਕਿਵੇਂ ਇੰਪਰੂਵ ਕੀਤਾ ਜਾਏ, ਅਸੀਂ ਆਪਣੀ ਇਮੇਜ ਨੂੰ ਕਿਵੇਂ ਇੰਪਰੂਵ ਕਰ ਸਕਦੇ ਹਾਂ। ਕਿਸੇ ਵੀ ਚੀਜ਼ ਨੂੰ ਬਿਹਤਰ ਬਣਾਉਣ ਲਈ ਸਭ ਤੋਂ ਪਹਿਲੀ ਚੀਜ਼ ਹੁੰਦੀ ਹੈ ਕਲੈਰਿਟੀ। Clarity. Absolutely. Correct, sir. ਸਹੀ ਕਹਿ ਰਹੇ ਹੋ। ਅਸੀਂ ਘਰ ਦਾ ਨਕਸ਼ਾ ਬਣਾਉਣਾ ਹੋਏ, ਕਿਸੇ ਚੀਜ਼ ਨੂੰ ਕੋਈ ਐਕਸਪਲੇਨ ਕਰਨਾ ਹੈ, ਤੇ ਸਭ ਤੋਂ ਪਹਿਲੇ ਕੀ ਲੈਣੇ ਹੈ, ਇੱਕ ਬਿਲਕੁਲ ਵਾਈਟ ਪੇਪਰ ਔਰ ਉਹਦੇ ਤੇ ਇੱਕ ਡਰਾਇੰਗ, ਇੱਕ ਨਕਸ਼ਾ ਬਣਾਉਣਾ ਕਿ ਇਹ ਮੇਰੇ ਪਲਾਨ ਹੈਗੇ। ਉਹ ਪਲਾਨ ਅਸੀਂ ਤਾਂ ਬਣਾ ਸਕਦੇ ਹਾਂ ਜਦੋਂ ਸਾਡੇ ਕੋਲ ਵਾਈਟ ਪੇਪਰ ਯਾਨੀ ਸਾਡਾ ਮਾਈਂਡ ਬਿਲਕੁਲ ਕਲੀਅਰ ਹੋ। ਮਾਈਂਡ ਜਿਸ ਵਕਤ ਬਿਲਕੁਲ ਸਾਰੀ ਡਾਇਰੈਕਸ਼ਨ ਤੋਂ ਫ੍ਰੀ ਹੁੰਦਾ ਹੈ, ਸਾਰੇ ਪ੍ਰੈਸ਼ਰ ਤੋਂ ਫ੍ਰੀ ਹੁੰਦਾ ਹੈ, ਉਸ ਟਾਈਮ ਉਹ ਕਲੀਅਰ ਹੁੰਦਾ ਹੈ। ਜਦੋਂ ਕਲੀਅਰ ਹੁੰਦਾ ਹੈ ਫਿਰ ਅਸੀਂ ਸੋਚ ਸਕਦੇ ਹਾਂ ਕਿ ਵੀ ਹਾਂ ਹੁਣ ਅਸੀਂ ਨਵਾਂ ਕੀ ਕਰ ਸਕਦੇ ਹਾਂ। ਤੇ ਜ਼ਿੰਦਗੀ ਨੂੰ ਵੀ ਜਦੋਂ ਕੋਈ ਡਾਇਰੈਕਸ਼ਨ ਦੇਣੀ ਹੈ, ਕਿਸੇ ਗੋਲ ਤੱਕ ਲੈ ਕੇ ਜਾਣਾ ਹੈ, ਤੇ ਸਭ ਤੋਂ ਪਹਿਲੇ ਜ਼ਰੂਰਤ ਹੈਗੀ ਹੈ ਮਾਈਂਡ ਦੇ ਵਿੱਚ ਕਲੈਰਿਟੀ। ਜੇ ਸਾਡਾ ਮਾਈਂਡ ਲੈਫਟ ਰਾਈਟ ਕਦੀ ਕਿਸੇ ਦੇ ਕਹਿਣ ਤੇ ਕਦੀ ਕਿਸੇ ਦੇ ਕਹਿਣ ਤੇ ਚਾਰ ਡਾਇਰੈਕਸ਼ਨ ਵਿੱਚ ਜਾ ਰਿਹਾ, ਉਹ ਕਦੀ ਵੀ ਸਹੀ ਡਿਸੀਜਨ ਲੈ ਹੀ ਨਹੀਂ ਸਕਦਾ। ਅਸੀਂ ਕਦੀ ਡੈਸਟੀਨੇਸ਼ਨ ਤੇ ਪਹੁੰਚਾਂਗੇ। We will never reach the destination. Exactly. ਪੀਸ ਮੀਲ ਥੋੜੇ ਥੋੜੇ ਡਿਸੀਜਨ ਵੀ ਇਹ ਕਰ ਲੈਂਦੇ ਆ, ਇਹ ਕਰ ਲੈਂਦੇ ਆ। ਸਾਨੂੰ ਹੁਣ ਬੁਖਾਰ ਹੈਗਾ, ਇਹ ਦਵਾਈ ਖਾ ਲਓ, ਇਸ ਤਰ੍ਹਾਂ ਕਰ ਲਓ, ਗਰਮ ਪਾਣੀ ਪੀ ਲਓ। ਇੱਕ ਚੀਜ਼ ਜਦ ਤੱਕ ਐਗਜ਼ੈਕਟ ਸਾਨੂੰ ਕਨਫਰਮ ਨਹੀਂ ਹੋਈ ਕਿ ਇਸ ਦੇ ਨਾਲ ਮੈਨੂੰ ਆਰਾਮ ਆਏਗਾ, ਅਸੀਂ ਠੀਕ ਨਹੀਂ ਹੋ ਸਕਦੇ। ਉਸੇ ਤਰ੍ਹਾਂ ਜਦ ਤੱਕ ਸਾਡੇ ਮਾਈਂਡ ਵਿੱਚ ਬਿਲਕੁਲ ਸਪੈਸੀਫਿਕ ਨਹੀਂ ਹੋਏਗਾ ਕਿ ਕੀ ਕਰਨਾ ਹੈ, what, where, why, ਔਰ ਇਸ ਤੋਂ ਬਾਅਦ ਸਭ ਤੋਂ ਇੰਪੋਰਟੈਂਟ ਹੈਗਾ how। ਕੀ ਕਰਨਾ ਹੈ, ਕਿਸ ਤਰ੍ਹਾਂ ਕਰਨਾ ਹੈ, ਕਿਵੇਂ ਕਰਨਾ ਹੈ। ਇਹ ਚੀਜ਼ਾਂ ਤਾਂ ਹੀ ਆਉਂਦੀਆਂ ਨੇ ਜਿਸ ਵਕਤ ਮਾਈਂਡ ਦੇ ਵਿੱਚ ਹਰ ਤਰੀਕੇ ਦੀ ਡਿਸਟਰੈਕਸ਼ਨ ਖਤਮ ਹੋ ਜਾਏ। ਕੀ ਸਿਰਫ ਕਲੀਅਰ ਮਾਈਂਡ ਸੈਟ ਨਾਲ ਸਾਨੂੰ ਸਕਸੈਸ ਮਿਲ ਜਾਏਗੀ? ਨਹੀਂ, ਇਸ ਸੀ ਦੇ ਨਾਲ ਇੱਕ ਹੋਰ ਸੀ ਸਾਨੂੰ ਜੋੜਨਾ ਪਏਗਾ। ਉਹ ਸੀ ਹੈਗਾ ਕੌਨਫੀਡੈਂਸ। ਸਾਡੇ ਕੋਲ ਸਾਰਾ ਕੁਝ ਹੈਗਾ, ਅਸੀਂ ਘਰ ਬਣਾਉਣਾ ਹੈ, ਸਾਡੇ ਕੋਲ ਸਾਰਾ ਕੁਝ ਹੈ, ਲੇਕਿਨ ਜੇ ਕੌਨਫੀਡੈਂਸ ਨਹੀਂ ਹੈਗਾ ਤੇ ਅਸੀਂ ਆਪਣਾ ਘਰ ਨਹੀਂ ਬਣਾ ਸਕਦੇ, ਜ਼ਿੰਦਗੀ ਕਿੱਥੋਂ ਬਣਾ ਲਾਂਗੇ। ਸਾਡੇ ਉੱਥੇ ਦਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਔਰ ਦੂਸਰੇ ਕੰਟਰੀਜ਼ ਦਾ ਮੈਂ ਕਈਆਂ ਦਾ ਐਜੂਕੇਸ਼ਨ ਸਿਸਟਮ ਵੀ ਸਮਝਿਆ ਹੈਗਾ, ਉਹਦੇ 'ਚ ਕੀ ਹੈਗਾ ਕਿ ਸਾਡੇ ਉੱਥੇ ਕੌਨਫੀਡੈਂਸ ਨਾਂ ਦੀ ਚੀਜ਼ ਦੇ ਉੱਤੇ ਕਦੀ ਕੰਮ ਨਹੀਂ ਕੀਤਾ ਜਾਂਦਾ। ਸਿਰਫ 4 ਕਿਤਾਬਾਂ ਪੜ੍ਹ ਕੇ, ਇੱਕ ਡਿਗਰੀ ਲੈ ਕੇ ਬੱਚਾ ਜਦੋਂ ਬਾਹਰ ਨਿਕਲਦਾ ਹੈ ਤਾਂ ਉਹਨੂੰ ਸਮਝ ਹੀ ਨਹੀਂ ਆਉਂਦਾ ਕਿ ਮੈਂ ਕਰਨਾ ਕੀ ਹੈ, ਮੇਰੀ ਵੈਲਿਊ ਕੀ ਹੈ, ਜ਼ਿੰਦਗੀ 'ਚ ਮੈਂ ਕਿੱਥੇ ਜਾਣਾ, ਕਿੱਥੇ ਪਹੁੰਚਣਾ ਹੈ।
क्योंकि माइंडसैट क्लीयर नहीं, कॉन्फिडेंस की कमी है ਉਹਦੇ ਕੋਲ। ਜਦੋਂ ਇਹ ਦੋਨੋਂ ਚੀਜ਼ਾਂ ਨਹੀਂ ਹੈਗੀਆਂ ਤੇ ਕ੍ਰੀਏਟੀਵਿਟੀ ਕਿੱਥੋਂ ਆਏਗੀ, ਕਨਸੈਪਟ ਕਿੱਥੋਂ ਆਏਗਾ, डायरेक्शन कित्थों मिलेगी, कभी मिल ही नहीं सकती। मैनू अच्छा तो नहीं लगता, लेकिन अज की डेट मैक्सीमम साडे पंजाबियां और नॉर्थ इंडिया बच्चों मैं देखे वो क्रिएटिविटी नवा फोन लिया तो पासवर्ड एक यूनीक स्टाइल ने बनाता, किसी ने कुछ, किसी ने कुछ, किसी ने अल्फाबेट यूज करते, किसी ने विच नंबर यूज करते, तो वो सोचते हैं कि ऐसी बड़ी बड़ी क्रिएटिविटी करते या जरा जी एक चीज ਨੂੰ ਇਧਰੋਂ ਦੀ ਇੱਧਰ ਕਰਤਾ, ਇਧਰੋਂ ਦੀ ਇੱਧਰ ਕਰਤਾ, ਥੋੜੀ ਸ਼ੇਪ ਚੇਂਜ ਕਰਤੀ, ਇਹ ਦੇਖੋ ये मेरी क्रिएटिविटी। दुनिया बहुत फास्ट चल रही है, क्रिएटिविटी का मतलब है कि जो कुछ हाले दुनिया ने सोचा नहीं, सानू ਉਹਦੇ ਤੇ काम आज शुरू करना पड़ेगा, वो क्रिएटिविटी है। और सिर्फ एक दिन ਲਈ नहीं, सानू हर दिन क्रिएटिविटी चाहिए, हर दिन नवे थॉट्स चाहिए, हर दिन नवे कंसेप्ट चाहिए। जब तक असी हर दिन अपने आप को रीचार्ज करके नवे आइडियाज नहीं डेवलप करांगे, असी सरवाइव नहीं कर सकते। एदा सिंपल एक फार्मूला मैं दस देना ग्राफोलॉजी का, बहुत ईजी। कोई छोटे बच्चे स्कूल लेवल तो बल्कि शुरू कर लें, जिन्ने भी अल्फाबेट्स लिखते ने, मैं लिख के भी दिखा देना कि ਉਹਦੇ ਨਾਲ क्लीयर हो जाएगा उन्होंने। एक सेकंड है। ए देखो जी, आएगा आएगा, नजर आएगा, कोई नहीं, बस सर स्टेशनरी रखो, अपने आप ले लेगा। जस्ट ए मोमेंट, थोड़ा सा पीछे करो सर, अपने बंद करो कागज नु सर, कोई नहीं, थल्ले करके फिर उत्ते करो। हाँ, हुन आ रहे हैं थोड़ा सा नजर। नहीं, वो जूम इज नॉट एक्सेप्टिंग इट। कोई नहीं सर, कागज नु थल्ले रख दो, फिर उत्ते करो सर। हाँ जी, हाँ हुन ठीक है सर। ठीक है। ए देखो, जिन्ने भी मैं अल्फाबेट लिखे ने, इन्हां दा जेड़ा एंडिंग स्ट्रोक है उस नु मैं अपवर्ड्स करता है 30 ਦੇ एंगल ਤੇ। कोई औखा काम नहीं हैगा। ए ਨੂੰ देखो, ਤੁਸੀਂ डी ਨੂੰ देखो, एच एल एम सब ਦੇ जिन्ने भी है, लास्ट एंडिंग स्ट्रोक जेड़ा ਅਸੀਂ ਉਸ ਨੂੰ 30 ਦੇ एंगल ਦੇ ਉੱਪਰ ਕਰਦਾ ਹੈ। एंड गुड थिंग आई एम सेइंग, बिल्कुल जेंटली ਤੁਸੀਂ ਉੱਤੇ ਕੀਤਾ ਸਰ। हाँ, वेरी जेंटली। हाँ, सिर्फ ਇਹਦੇ ਨਾਲ ਕੀ ਕਿ ਬਾਰ-ਬਾਰ ਅਸੀਂ ਆਪਣੇ सबकॉन्शियस माइंड ਨੂੰ ਇੱਕ सिग्नल देने ਆ कि जो कुछ ਹੁਣ ਤੱਕ ਤੂੰ ਕੀਤਾ ਹੈ, जो कुछ ਅਸੀਂ ਅੱਜ ਤੱਕ ਸੋਚਿਆ, ਹੁਣ ਨੈਕਸਟ ਟਾਈਮ ਜਦੋਂ ਅਸੀਂ ਇਹ ਕੰਮ ਕਰੀਏ ਤੇ ਸਾਡੇ ਕੋਲ ਇੱਕ ਨਵਾਂ ਕਨਸੈਪਟ, ਨਵਾਂ ਆਈਡੀਆ ਸਾਡੇ ਕੋਲ ਹੋਣਾ ਚਾਹੀਦਾ। ਹਰ ਵਾਰੀ ਜਦੋਂ ਅਸੀਂ ਸੋ ਕੇ ਸਵੇਰੇ ਉੱਠਾਂਗੇ ਤੇ ਜਦੋਂ ਨਵੇਂ ਦਿਨ ਦੀ ਸ਼ੁਰੂਆਤ ਹੋਏਗੀ ਤੇ ਇੱਕ ਨਵਾਂ ਕਨਸੈਪਟ ਸਾਡੇ ਮਾਈਂਡ ਵਿੱਚ ਆਏਗਾ। यस। क्योंकि साडा सबकॉन्शियस माइंड कभी भी सोंदा नहीं है, वो हमेशा काम करता है और रात को मैक्सिमम काम करता है। यस यस, वेरी क्योंकि गुड। उन्हें बाकी बॉडी नो बाकी जगह ਉਹਦੀ ਜਿਹੜੀ ਡਿਊਟੀ ਹੈਗੀ ਹੈ ਉਹਨੇ ਨਹੀਂ ਕਰਨੀ ਹੈ। ਤੇ ਉਸ ਚੀਜ਼ ਦਾ ਫਾਇਦਾ ਇਹ ਹੁੰਦਾ ਹੈ ਕਿ ਜਦੋਂ ਅਸੀਂ ਰਾਤ ਨੂੰ ਇਸ ਤਰ੍ਹਾਂ ਜੇ ਥੋੜੇ 15-20 ਦਿਨ 25 ਦਿਨ ਇਸ ਤਰ੍ਹਾਂ ਅਲਫਾਬੈਟ ਲਿਖਣ ਦੀ ਪ੍ਰੈਕਟਿਸ ਕਰ ਲਈਏ ਔਰ ਉਹਦੇ ਬਾਅਦ ਇਹ ਸਾਡੀ ਹੈਬਿਟ ਬਣ ਜਾਏ ਤੇ ਇਹਦੇ ਨਾਲ ਆਟੋਮੈਟਿਕਲੀ ਇੰਨੇ ਆਈਡੀਆ ਸਾਡੇ ਅੰਦਰ ਡਿਵੈਲਪ ਹੋਣੇ ਸ਼ੁਰੂ ਹੋ ਜਾਂਦੇ ਨੇ ਕਿ ਸਾਨੂੰ ਕਿਸੇ ਦੂਸਰੇ ਵੱਲ ਦੇਖਣ ਦੀ ਲੋੜ ਨਹੀਂ ਪਏ। ਆਪਣੇ ਆਪ ਆਏਗਾ ਮਾਈਂਡ ਵਿੱਚ ਕਿ ਹੁਣ ਅਸੀਂ ਇਸ ਨੂੰ ਪਹਿਲੇ ਤੋਂ ਬਿਹਤਰ ਕਿਵੇਂ ਕਰ ਸਕਦੇ ਹਾਂ। ਹੁਣ ਜੇ ਮਾਈਂਡਸੈਟ ਕਲੀਅਰ ਹੈਗਾ, ਕੌਨਫੀਡੈਂਸ ਸਾਡੇ ਅੰਦਰ ਆ ਗਿਆ ਔਰ ਕ੍ਰੀਏਟੀਵਿਟੀ ਆ ਗਈ, ਇਹਨਾਂ ਤਿੰਨੋਂ ਦੇ ਕੰਬੀਨੇਸ਼ਨ ਨਾਲ ਅਸੀਂ ਕੋਈ ਵੀ ਕੰਮ ਜਿਹੜਾ ਸ਼ੁਰੂ ਕਰ ਸਕਦੇ। लेकिन काम शुरू करांगे तो की सक्सेस 100% मिल जाएगी? नहीं। जेड़ा भी काम शुरू करांगे उसके चैलेंज भी आएंगे।
टीथिंग प्रॉब्लम जिन्हों कहने हैं ਅਸੀਂ कोई भी काम शुरू करोगे एक दो नहीं 50 चैलेंज आने यस, बिल्कुल। ਅੱਜ ਅਸੀਂ ਇਹ ਸ਼ੁਰੂ ਕਰ ਰਹੇ ਸੀ ਤੇ ਕਦੀ ਆਡੀਓ ਬੰਦ ਹੋ ਜਾਂਦਾ ਸੀ ਆਡੀਓ ਠੀਕ ਹੁੰਦਾ ਸੀ ਤੇ ਵੀਡੀਓ ਬੰਦ ਹੋ ਜਾਂਦਾ ਸੀ ਕਦੀ ਲਾਈਟ ਕੱਟ ਜਾਂਦੀ ਸੀ ਤੇ ਇਹ ਅਸੀਂ ਹੁਣ ਬਹੁਤ ਵਾਰੀ ਇਹ ਪ੍ਰੋਗਰਾਮ ਕਰ ਚੁੱਕੇ ਹੈਗੇ ਹਾਂ ਲੇਕਿਨ ਉਹਦੇ ਬਾਅਦ ਵੀ ਇਹ ਚੈਲੰਜ ਸਾਨੂੰ ਹਰ ਵਾਰੀ ਆਉਂਦੇ ਨੇ ਰੀਜ਼ਨ ਬੀਇੰਗ ਕਿ ਜਿਵੇਂ ਸਾਡਾ ਸਿਟਿੰਗ ਅਰੇਂਜਮੈਂਟ ਚੇਂਜ ਹੁੰਦਾ ਹੈ ਜਾਂ ਕੁਛ ਤੇ ਇਹ ਸੋਚਣਾ ਕਿ ਮੈਂ ਤਿਆਰ ਹੋ ਕੇ ਆਵਾਂਗਾ ਕੰਪਿਊਟਰ ਔਨ ਕਰਾਂਗਾ ਔਰ ਪ੍ਰੋਗਰਾਮ ਹੋ ਜਾਏਗਾ ਨਹੀਂ ਹੋ ਸਕਦਾ नहीं होता सर। ਚੈਲੰਜ ਆਣਗੇ ਆ ਉਹਦੇ ਲਈ ਸਾਨੂੰ ਆਪਣੇ ਆਪ ਨੂੰ ਮੈਂਟਲੀ ਪ੍ਰਿਪੇਅਰ ਕਰਨਾ ਪਏਗਾ ਕਿ ਜਿਹੜੇ ਚੈਲੰਜ ਆ ਰਹੇ ਨੇ ਇਸ ਨੂੰ ਕਿਵੇਂ ਓਵਰਕਮ ਕਰ ਸਕਦੇ ਸੈਕਿੰਡ ਸਟੇਜ ਹੈਗੀ ਹੈ ਕਿ ਚੈਲੰਜ ਆਉਣ ਤੋਂ ਪਹਿਲੇ ਸਾਨੂੰ ਪਤਾ ਹੋਏ ਕਿ ਕੀ ਚੈਲੰਜ ਆ ਸਕਦੇ ਨੇ ਅਸੀਂ ਉਹਦੀ ਤਿਆਰੀ ਕਰ ਲਈਏ ਇਸ ਤੋਂ ਵੀ ਐਡਵਾਂਸ ਸਟੇਜ ਜਿਹੜੇ ਟੌਪ ਦੇ ਉੱਤੇ ਹੈਗੇ ਨੇ ਅੱਜ ਆਪਣੀ ਪੋਜੀਸ਼ਨ ਦੇ ਉੱਤੇ ਉਹ ਲੋਕੀ ਆਪਣੇ ਆਪ ਨੂੰ ਮੈਂਟਲੀ ਇੰਨਾ ਸਟਰੋਂਗ ਕਰ ਲੈਂਦੇ ਨੇ ਕਿ ਉਹ ਲਾਈਫ ਵਿੱਚ ਚੈਲੰਜ ਆਣ ਹੀ ਨਹੀਂ ਦਿੰਦੇ ਉਹ ਪਹਿਲੇ ਆਪਣੇ ਆਪ ਨੂੰ ਇੰਨਾ ਤਿਆਰ ਕਰ ਲੈਂਦੇ ਨੇ ਕਿ ਕੀ ਨੈਗੇਟਿਵਿਟੀ ਹੋ ਸਕਦਾ ਹੈ ਬ੍ਰਾਈਟ ਸਾਈਡ ਦੇ ਨਾਲ ਉਹ ਜ਼ਿਆਦਾ ਫੋਕਸ ਆਪਣੀ ਡਾਰਕ ਸਾਈਡ ਨੂੰ ਵੀ ਦੇਖਦੇ ਨੇ ਜਿਸ ਵਕਤ ਅਸੀਂ ਉਸ ਨੂੰ ਅੱਛੀ ਤਰ੍ਹਾਂ ਐਨਾਲਾਈਜ਼ ਕਰਕੇ ਅੱਛੀ ਤਰ੍ਹਾਂ ਆਪਣੀ ਲਾਈਫ ਵਿੱਚ ਬਣਾ ਲੈਂਦੇ ਇੱਕ ਹਿੱਸਾ ਤੇ ਫਿਰ ਸਾਨੂੰ ਉਹ ਚੈਲੰਜ ਜਿਹੜੇ ਨੇ ਪਰੇਸ਼ਾਨ ਨਹੀਂ ਕਰਦੇ ਔਰ ਇਹਨਾਂ ਚੀਜ਼ਾਂ ਦੇ ਨਾਲ ਸਭ ਤੋਂ ਜ਼ਿਆਦਾ ਲੋੜ ਹੁੰਦੀ ਕੰਟਰੋਲ ਮਾਈਂਡਸੈਟ ਕਿ ਹੁਣ ਕੋਈ ਅੜਚਨ ਆਈਏ ਤੇ ਅਸੀਂ ਇਹ ਨਹੀਂ ਕਿ ਹਿੰਮਤ ਹਾਰ ਜਾਣਾ ਅੜਚਨ ਆਈਏ ਤੇ ਇਹ ਨਹੀਂ ਕਿ ਅਸੀਂ ਇੱਕ ਦੂਸਰੇ ਦੇ ਉੱਤੇ ਸ਼ਾਊਟ ਕਰਨਾ ਇਹ ਨਹੀਂ ਕਿ ਇੱਕ ਦੂਸਰੇ ਨੂੰ ਬਲੇਮ ਕਰਕੇ ਤੇ ਅਸੀਂ ਗੇਮ ਨੂੰ ਖਤਮ ਕਰ ਦਈਏ ਉੱਥੇ ਜ਼ਰੂਰਤ ਹੈਗੀ ਕਿ ਅਸੀਂ ਆਪਣੇ ਮਾਈਂਡ ਨੂੰ ਕੰਟਰੋਲ ਕਰਕੇ ਚੱਲੀਏ Control and I think calm. C for calm as well. Shanti. ਬਿਲਕੁਲ ਔਰ ਕਾਮ ਸਪੈਸ਼ਲੀ ਲੋੜ ਹੈਗੀ ਕਮਿਊਨੀਕੇਸ਼ਨ ਦੇ ਵਿੱਚ Communication. ਕਿਉਂਕਿ ਗੱਲ ਅਸੀਂ ਕਰਦੇ ਹਾਂ ਲੇਕਿਨ ਜਿਸ ਵਕਤ ਉਹੀ ਗੱਲ ਹੁੰਦੀ ਹੈ ਲੇਕਿਨ ਜਿਸ ਵਕਤ ਕੰਮ ਥੋੜਾ ਖਰਾਬ ਹੋ ਰਿਹਾ ਹੁੰਦਾ ਹੈ ਤੇ ਉਹਦੇ ਵਿੱਚ ਸਾਡਾ ਐਗਰੈਸ਼ਨ ਵੱਧ ਜਾਂਦਾ ਬਹੁਤ ਜ਼ਿਆਦਾ ਉਹਦੇ ਤੇ ਸਾਡਾ ਕੰਟਰੋਲ ਨਹੀਂ ਹੁੰਦਾ ਤੇ ਕੰਟਰੋਲ ਔਰ ਕਮਿਊਨੀਕੇਸ਼ਨ ਇਹਦਾ ਕੰਬੀਨੇਸ਼ਨ ਵੀ ਬਣਾਉਣ ਦੀ ਲੋੜ ਹੈਗੀ ਬਹੁਤ ਸਾਰੀ ਜਿਸ ਵਕਤ ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਇੱਕ ਇੱਕ ਕਰਕੇ ਸੀਰੀਅਸਲੀ ਡੀਪਲੀ ਸਮਝ ਕੇ ਫਿਰ ਆਪਣੀ ਜ਼ਿੰਦਗੀ ਦਾ ਨਕਸ਼ਾ ਬਣਾ ਕੇ ਔਰ ਫਿਰ ਅੱਗੇ ਵਧਦੇ ਹੈਗੇ ਫਿਰ ਤੁਹਾਡੀ ਜਿੰਨੀ ਕੈਪੈਸਿਟੀ ਹੈਗੀ ਤੁਸੀਂ ਉੱਥੇ ਤੱਕ ਜਾ ਸਕਦੇ ਕੈਪੈਸਿਟੀ ਦਾ ਅੰਦਾਜ਼ਾ ਇੱਕ ਪੇੜ ਤੋਂ ਅਸੀਂ ਲੈ ਸਕਦੇ ਹਾਂ ਇੱਕ ਅੰਬ ਦਾ ਪੇੜ ਹੈਗਾ ਇੱਕ ਫੁੱਲਾਂ ਦਾ ਪੌਦਾ ਹੈਗਾ ਕਿ ਇੱਕ ਸੀਜ਼ਨ ਵਿੱਚ ਇਹਦੇ ਤੇ 100-150 ਫੁੱਲ ਆਉਂਦੇ ਨੇ ਅੰਬ ਦਾ ਪੇੜ ਹੈ ਤੇ ਉਹ ਜਦੋਂ ਅਸੀਂ ਲਗਾਉਂਦੇ ਹਾਂ ਤੇ ਉਹ ਤੇ ਇੰਨਾ ਜਿਹਾ ਬੀਜ ਹੁੰਦਾ ਛੋਟਾ ਜਿਹਾ ਲੇਕਿਨ ਲਗਾਉਣ ਵਾਲੇ ਨੂੰ ਪਤਾ ਹੈ ਕਿ ਇਹ 10 ਫੁੱਟ ਇੱਧਰ 10 ਫੁੱਟ ਇੱਧਰ ਜਾਏਗਾ ਕਿੱਥੇ ਤੱਕ ਜਾ ਸਕਦੇ ਆ ਮੈਕਸਿਮਮ ਉਸ ਕੈਪੈਸਿਟੀ ਤੱਕ ਸਾਨੂੰ ਆਪਣੇ ਆਪ ਨੂੰ ਤਿਆਰ ਕਰਨਾ ਕਿ ਵੀ ਮੇਰੀ ਕੈਪੈਸਿਟੀ ਮੈਕਸਿਮਮ ਕਿੰਨੀ ਜਿੱਥੇ ਤੱਕ ਪਹੁੰਚ ਗਿਆ ਉਸ ਤੋਂ ਅੱਗੇ ਮੈਂ ਹੋਰ ਕਿੰਨੇ ਕਦਮ ਅੱਗੇ ਜਾ ਸਕਦਾ ਹੋਰ ਮੈਂ ਕੀ ਕੁਝ ਲਾਈਫ ਵਿੱਚ ਨਵਾਂ ਕਰ ਸਕਦਾ ਇਹਨਾਂ ਚੀਜ਼ਾਂ ਨੂੰ ਤੁਸੀਂ ਫਾਲੋ ਕਰੋ ਫਿਰ ਵੀ ਕੋਈ ਦਿੱਕਤ ਆਏ ਤੁਸੀਂ ਮੇਰਾ ਅਕਾਊਂਟ ਹੈਗਾ YouTube ਦੇ ਉੱਤੇ ਜੋਲੀ ਅੰਕਲ ਸੂਦ ਸਾਹਿਬ ਦਾ ਵੀ ਲਿੰਕ ਹੈਗਾ ਉਹ ਵੀ ਸ਼ੇਅਰ ਕਰ ਦੇਣਗੇ ਉਹ ਵੀਡੀਓਜ਼ ਤੁਸੀਂ ਦੇਖ ਸਕਦੇ ਹੋ ਸਬਸਕ੍ਰਾਈਬ ਕਰ ਸਕਦੇ ਹੋ ਜੇ ਤੁਹਾਨੂੰ ਚੰਗੀਆਂ ਲੱਗਣ ਤੇ ਜ਼ਬਰਦਸਤੀ ਨਹੀਂ ਹੈਗੀ ਲੇਕਿਨ ਇਹ ਪ੍ਰੋਮਿਸ ਹੈ ਕਿ ਉਹਨਾਂ ਦੇ ਨਾਲ ਤੁਸੀਂ ਪਰਸਨੈਲਿਟੀ ਸਟੇਟਸ ਔਰ ਆਪਣੀ ਫੁੱਲ ਕੈਪੈਸਿਟੀ ਨੂੰ ਯੂਜ਼ ਕਰ ਪਾਓਗੇ ਤੁਹਾਨੂੰ ਲਾਈਫ ਵਿੱਚ ਕਦੀ ਰਿਗਰੈਟ ਨਹੀਂ ਰਹੇਗਾ ਕਿ ਮੈਂ ਇਹ ਨਹੀਂ ਕਰ ਪਾਇਆ ਜਾਂ ਇਹ ਹੁੰਦਾ ਤੇ ਮੈਂ ਇਹ ਕਰ ਲੈਂਦਾ ਤੇ ਇਹ ਸੀ ਸੂਦ ਸਾਹਿਬ ਸੀ ਦੇ ਜਿਹੜੇ ਮੇਨ ਪੁਆਇੰਟ ਏ ਔਰ ਬੀ ਅਸੀਂ ਪਹਿਲੀ ਵੀਡੀਓਜ਼ ਤੁਸੀਂ ਸਾਡੀਆਂ ਦੇਖ ਸਕਦੇ ਹੋ ਸੀ ਦਾ ਅਸੀਂ ਇਹਦੇ ਚ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਸਿਰਫ 3-3 4-4 ਵਰਡ ਤੁਸੀਂ ਯਾਦ ਕਰ ਲਓ ਤੁਹਾਡੀ ਜ਼ਿੰਦਗੀ ਬਹੁਤ ਸੌਖੀ ਹੋ ਜਾਏਗੀ Thank you, sir. Thank you, viewers. ਤੁਹਾਡੇ ਕੀ
ਤੁਹਾਡਾ ਕੀ ਓਪੀਨੀਅਨ ਹੈ ਸੂਦ ਸਾਹਿਬ, ਤੁਸੀਂ ਆਪਣਾ ਵੀ ਤੇ ਦੱਸੋ सर ਤੁਹਾਨੂੰ ਇਹ ਕਿਵੇਂ ਬਿਲਕੁਲ ਬਹੁਤ ਇੰਪॉर्टेंट ਹੈ सी वर्ड मेरे वास्ते मतलब देखो मैं ਜਿਹੜੀ ਵੀ ਗੱਲ ਕਹਾਂਗਾ ਤੁਹਾਨੂੰ ਕੰਪਲੀਮੈਂਟ ਹੀ ਕਰਾਂਗਾ ਜਿਵੇਂ ਇੱਕ ਕੰਸੈਂਟ੍ਰੇਸ਼ਨ ਹੋਣਾ ਬਹੁਤ ਜ਼ਰੂਰੀ ਹੈ ਦੈਨ ਕਲੈਰਿਟੀ ਆਫ ਥਾਟ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਮੈਨੂੰ ਪਤਾ ਹੀ ਨਹੀਂ ਹੋਗਾ ਜੇ ਮੈਨੂੰ ਕਲੀਅਰ ਹੀ ਨਹੀਂ ਹੋਗਾ ਕਿ ਮੇਰੀ ਮੰਜ਼ਿਲ ਕਿੱਥੇ ਹੈ ਮੈਂ ਜਾਣਾ ਕਿੱਥੇ ਹੈ ਆਪਾਂ ਉਧਰ ਪਹੁੰਚਾਂਗੇ ਕਿਵੇਂ ਜੀ सी इज डेफिनेटली वेरी इंपॉर्टेंट सर मैं तो ये कहना ਚਲੋ चाहूंगा ਮੇਰੇ ਖਿਆਲ ਸਭ ਕੁਝ ਕਲੀਅਰ ਹੈਗਾ सब ਬਿਲकुल। कुछ क्लियर सर बाकी डियर ऑडियंस मैं रिक्वेस्ट करांगा डिस्क्रिप्शन वो स्पेशल ऑफर है स्पेशल गिफ्ट्स है थोड़े वास्ते सो प्लीज डू व्यू द सेम केयरफुली थैंक यू सर ਐਂਡ ਫੀਡਬੈਕ ਲਈ ਵੀ ਕਹੋ ਕਿ ਸਾਨੂੰ ਫੀਡਬੈਕ ਵੀ ਆਪਣਾ ਨਾਲ ਨਾਲ ਭੇਜਿਆ ਕਰਨ ਸਾਨੂੰ ਤਾਂ ਫੀਡਬੈਕ ਜ਼ਰੂਰ ਲਿਖੋ ਜੀ ਤੇ ਕਮੈਂਟ ਬਾਕਸ ਕਮੈਂਟ ਜ਼ਰੂਰ ਤੁਸੀਂ ਪਾਣੇ ਨੇ ਲਾਈਕ ਐਂਡ ਸਬਸਕ੍ਰਾਈਬ ਵੀ ਕਰਨਾ ਚੈਨਲ ਨੂੰ ਠੀਕ ਹੈ ਜੀ ਥੈਂਕ ਥੈਂਕ ਯੂ ਯੂ ਜੀ। ਸਰ